ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਅੰਮ੍ਰਿਤਸਰ 'ਚ ਪਹੁੰਚੀਆਂ ਅਤੀ ਆਧੁਨਿਕ ਦਮਕਲ ਵਿਭਾਗ ਦੀਆਂ ਗੱਡੀਆਂ। ਜਿਹੜੀ ਮੇਨ ਗੱਲ ਇਹਦੀ ਇਹ ਹੈ ਕਿ ਜਿਹੜੀ ਪੌੜੀ ਹੈ ਲੈਡਰ ਹੈ ਜਿਹੜੀ ਉਹ 52 ਮੀਟਰ ਚੱਲ ਜਾਂਦੀ ਹੈ। 52 ਮੀਟਰ ਮਤਲਬ 160 ਫੁੱਟ ਦੇ ਲਾਗੇ ਜਾके रिमोट ਦੇ ਨਾਲ ਵੀ बुझाई सकती है आग। इसमें कई बार जब बिल्डिंगों में आग लगती है तो ब्लास्ट वगैरह होने के चांसेस होते हैं, तो इस वजह से इसमें एक रिमोट कंट्रोल वाटर मॉनिटर प्रोवाइड किया गया है, जिसको कि 100 मीटर की दूरी से भी ऑपरेट किया जा सकता है। 17 ਮੰਜ਼ਿਲ ਤੱਕ ਲੱਗੀ ਅੱਗ ਨੂੰ ਬੁਝਾਉਣ ਦੀ ਸਮਰੱਥਾ। 8 ਕਰੋੜ ਦੀ ਕੀਮਤ ਤੋਂ ਤਿਆਰ ਹੋਈ ਇਹ ਗੱਡੀ। ਪੰਜਾਬ 'ਚ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਸਭ ਤੋਂ ਪਹਿਲਾਂ ਹੁਣ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਕਿ ਦੁਕਾਨਾਂ ਤੇ ਮਕਾਨਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਨੂੰ ਬੁਝਾਉਣ ਲਈ ਹੁਣ ਪੰਜਾਬ ਸਰਕਾਰ ਵੱਲੋਂ ਅਤੇ ਫਾਇਰ ਟੈਂਡਰ ਕੰਪਨੀਆਂ ਵੱਲੋਂ ਪਹਿਲ ਕਦਮੀ ਕਰਦਿਆਂ ਹੋਇਆਂ ਇੱਕ ਅਤੀ ਆਧੁਨਿਕ ਅੱਗ ਬੁਝਾਉਣ ਵਾਲੀ ਗੱਡੀ ਅੰਮ੍ਰਿਤਸਰ 'ਚ ਸ਼ਾਮਿਲ ਕੀਤੀ ਗਈ ਹੈ, ਜੋ ਕਿ ਅਤੀ ਆਧੁਨਿਕ ਹੈ ਅਤੇ ਇਹ ਰਿਮੋਟ ਦੇ ਨਾਲ ਕੰਟਰੋਲ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਅੰਮ੍ਰਿਤਸਰ ਦੇ ਮੇਅਰ ਅਤੇ ਅੰਮ੍ਰਿਤਸਰ ਦੇ ਦੱਖਣ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਵੀ ਮੌਜੂਦ ਰਹੇ। ਪੰਜਾਬ ਨੂੰ ਅਤੀ ਆਧੁਨਿਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ। ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਹੁਣ ਫਾਇਰ ਬ੍ਰਿਗੇਡ ਨੂੰ ਇੱਕ ਵੱਡੀ ਸੌਗਾਤ ਮਿਲੀ ਹੈ, ਜਿਸ 'ਚ ਅਤੀ ਆਧੁਨਿਕ ਫਾਇਰ ਬ੍ਰਿਗੇਡ ਤੈਨਾਤ ਕੀਤੀ ਗਈ ਹੈ, ਜੋ ਕਿ ਰਿਮੋਟ ਕੰਟਰੋਲ ਨਾਲ ਚੱਲੇਗੀ। ਉੱਥੇ ਇਸ ਫਾਇਰ ਬ੍ਰਿਗੇਡ ਦੀ ਗੱਡੀ ਦੇ ਵਿੱਚ ਇਨਫਰਾਰੈਡ ਵੀ ਲਗਾਇਆ ਗਿਆ ਤਾਂ ਕਿ ਧੂਆਂ ਹੋਣ ਦੇ ਬਾਵਜੂਦ ਵੀ ਪਤਾ ਲੱਗ ਸਕੇ ਕਿ ਅੱਗ ਕਿੱਥੇ ਤੱਕ ਫੈਲੀ ਹੋਈ ਹੈ। ਅਤੇ ਅੰਮ੍ਰਿਤਸਰ ਦੇ ਦੱਖਣ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਲੋਕਲ ਬਾਡੀ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਵੱਲੋਂ ਇਸ ਗੱਡੀ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ। ਉੱਥੇ ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਇੰਦਰਬੀਰ ਸਿੰਘ ਨਿੱਜਰ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਇਹ ਇਸ ਤਰ੍ਹਾਂ ਦੇ ਕਿ ਇੱਕ ਰੋਟਰੀ ਪਲੇਟਫਾਰਮ ਹੈ ਜਿਹਦੇ ਟਰੱਕ ਹੈ, ਟਰੱਕ ਦੇ ਵਿੱਚ ਬਹੁਤ ਸਾਰੀ ਫੈਸਿਲਿਟੀਜ਼ ਨੇ। ਜਿਹੜੀ ਮੇਨ ਗੱਲ ਇਹਦੀ ਇਹ ਹੈ ਕਿ ਜਿਹੜੀ ਪੌੜੀ ਹੈ ਲੈਡਰ ਹੈ ਜਿਹੜੀ ਉਹ 52 ਮੀਟਰ ਚੱਲ ਜਾਂਦੀ ਹੈ। 52 ਮੀਟਰ ਮਤਲਬ 160 ਫੁੱਟ ਦੇ ਲਾਗੇ ਜਾके ਸੋ ਸਾਡੀ ਬਿਲਡਿੰਗ ਇੰਨੀ ਉੱਚੀ ਕੋਈ ਵੀ ਨਹੀਂ ਹੈਗੀ। ਸੋ ਇਹ ਜਿਹੜੀ ਪੌੜੀ ਹੈ ਇਹਦੇ ਨਾਲ ਇੱਕ ਤੁਸੀਂ ਵੇਖੋ ਕੇਜ ਲੱਗੀ ਹੈ ਜਿਹਦੇ 'ਚ ਬੰਦਾ ਖੜੋ ਕੇ ਉੱਪਰ ਜਾ ਸਕਦਾ ਹੈ। ਫਿਰ ਇਹਦੇ 'ਚ ਕਰਨਾ ਕੀ ਹੈ ਕਿ ਤੁਹਾਨੂੰ ਦਿਖਾਉਣਗੇ ਸਾਰਾ ਕਰਕੇ ਕਿ ਉੱਤੇ ਜਾ ਕੇ ਇੱਕ ਸਿੱਧੀ ਪਿਚਕਾਰੀ ਟੌਪ ਤੋਂ ਜਾ ਕੇ ਪਿਚਕਾਰੀ ਵੱਜੇਗੀ ਪਾਣੀ ਦੀ। ਸੋ ਦੂਜੀ ਗੱਲ ਹੈ ਕਿ ਇਹਦੇ 'ਚ ਇਨਫਰਾਰੈਡ ਵੀ ਲੱਗਿਆ ਹੋਇਆ ਹੈ। ਸੋ ਇਨਫਰਾਰੈਡ ਉੱਪਰ ਜਾ ਕੇ ਦੇਖੇਗਾ ਵੀ ਅੱਗ ਦਾ ਜਿਹੜਾ ਸੋਰਸ ਕਿੱਥੇ ਹੈ, ਕਿ ਜੋ ਧੂਆਂ ਬਹੁਤ ਹੋ ਜਾਂਦਾ ਨਾ ਤੇ ਕਿੱਥੋਂ ਅੱਗ ਨਿਕਲ ਰਹੀ ਉਹ ਨਜ਼ਰ ਨਹੀਂ ਆਉਂਦੀ। ਸੋ ਜਿਹੜੀ ਪਾਣੀ ਦੀ ਪਿਚਕਾਰੀ ਹੋਏਗੀ ਸਿੱਧੀ ਜਾ ਕੇ ਉੱਤੇ ਵੱਜੇਗੀ ਜਿੱਥੇ ਅੱਗ ਨਿਕਲ ਰਹੀ ਹੈ ਉਸ ਜਗ੍ਹਾ 'ਤੇ। ਉਹਦੇ ਬਾਅਦ ਇਹਦੇ 'ਚ ਵੀ ਹੁੰਦਾ ਕਿ ਜਿਸ ਤਰ੍ਹਾਂ ਜੇ ਕੋਈ ਫਾਇਰ ਫਾਈਟਰ ਉੱਤੇ ਗਿਆ ਹੋਇਆ ਹੈ ਔਰ ਸਡਨਲੀ ਉਹਦੇ ਵੱਲ ਅੱਗ ਵੱਜ ਜਾਂਦੀ ਹੈ ਤੇ ਜਿਹੜੀ ਪਿਚਕਾਰੀ ਹੁੰਦੀ ਉਹ ਫੈਲ ਜਾਂਦੀ ਹੈ ਐਂ ਕਰਕੇ, ਤੇ ਉਹ ਪ੍ਰੋਟੈਕਟ ਕਰਦੀ ਉਹਨੂੰ, ਮਤਲਬ ਉਹਨੂੰ ਨੁਕਸਾਨ ਨਹੀਂ ਹੋਣ ਦਿੰਦੀ। ਬਾਕੀ ਇਹ ਕਿ ਬਚਾਉਣ ਵਾਸਤੇ ਫਿਰ ਜਿਹੜਾ ਪਲੇਟਫਾਰਮ ਹੈ ਨਾਲ ਬਿਲਡਿੰਗ ਦੇ ਜਾ ਲੱਗਦਾ ਔਰ ਇਹਦੇ 'ਚ ਅਸੀਂ ਬੰਦੇ ਲੈ ਕੇ ਨੀਚੇ ਨੂੰ ਆ ਸਕਦੇ ਹਾਂ, ਨੀਚੇ ਵੀ ਆ ਸਕਦੇ ਹਾਂ। ਔਰ ਜੇ ਬਾਈ ਚਾਂਸ ਰੱਬ ਨਾ ਕਰੇ ਕਿਤੇ ਹਾਈਡ੍ਰੋਲਿਕ ਖਰਾਬ ਹੋ ਜਾਏ ਤੇ ਪੌੜੀ ਤਰ੍ਹਾਂ ਹੀ ਥੱਲੇ ਉਤਾਰੇ ਜਾ ਸਕਦੇ ਆ। ਜਾਂ ਸਾਡੇ ਕੋਲ ਇੱਕ ਥੱਲੇ ਸਵਿਚ ਲੱਗਾ ਹੁੰਦਾ, ਉਹ ਸਵਿਚ ਕਰ ਦਿਓ ਔਨ ਤੇ ਇਹ ਆਟੋਮੈਟਿਕਲੀ ਜਿਹੜੀ ਆ ਥੱਲੇ ਆ ਜਾਂਦੀ ਹੈ, ਤਾਂ ਹੈ ਕਿ ਬੰਦਾ ਉੱਤੇ ਫਸਿਆ ਨਾ ਰਹਿ ਜੇ। ਆਕਸੀਜਨ ਦੀ ਵੀ ਕੋਈ ਸੁਵਿਧਾ ਵਗੈਰਾ? ਆਕਸੀਜਨ ਦੀ ਨਾਲ ਹੀ ਜਾਂਦੀ ਥੱਲੇ ਉੱਪਰ ਤੱਕ, ਤੇ ਜਿਹੜਾ ਵੀ ਫਾਇਰ ਫਾਈਟਰ ਹੋਏਗਾ ਉੱਤੇ ਆਕਸੀਜਨ ਯੂਜ਼ ਕਰੇਗਾ। ਜੇ ਉਹਨੂੰ ਬਿਲਡਿੰਗ 'ਚ ਐਂਟਰ ਕਰਨਾ ਪਏ ਤੇ ਉਹੀ ਨਾਲੀ ਲੈ ਕੇ ਉਹ ਬਿਲਡਿੰਗ 'ਚ ਐਂਟਰ ਕਰ ਜਾਏਗਾ। ਸਿਲੰਡਰ ਨੀਚੇ ਰਹਿਣਗੇ ਲੇਕਿਨ ਉੱਪਰ ਜਾ ਕੇ ਉਹ ਐਂਟਰ ਕਰ ਸਕਦਾ, ਬਿਲਡਿੰਗ ਅੰਦਰ ਕਰ ਸਕਦਾ। ਹੋਰ ਇਹਦੇ ਨਾਲ ਫਾਇਰ ਫਾਈਟਿੰਗ ਸੂਟ ਹੈਗੇ ਨੇ, ਜਿਹੜੇ ਸੂਟ ਪਾ ਕੇ ਅੱਗ ਦੇ ਵਿੱਚ ਜਾ ਸਕਦੇ ਹੋ, ਜਾਂ ਜਿਹੜੇ ਅੱਗ ਤੋਂ ਸਾਈਡ 'ਤੇ ਰਹਿ ਸਕਦੇ ਹੋ ਤਾਂ ਕਿ ਤੁਹਾਡੇ 'ਤੇ ਅਸਰ ਨਾ ਕਰੇ, ਉਹ ਸੂਟ ਵਿੱਚ ਹੈਗੇ ਨੇ। ਫਿਰ ਕਟਿੰਗ ਟੂਲਸ ਹੈਗੇ ਨੇ, ਜੇ ਕੰਧ ਪਾੜਨੀ ਹੋਵੇ ਜਾਂ ਕੁਝ ਕਰਨਾ ਹੋਵੇ ਤੇ ਉਹ ਵੀ ਵਿੱਚ ਇਹ ਸਾਰੇ ਟੂਲਸ ਹੈਗੇ ਨੇ ਇਹਦੇ 'ਚ। ਜਿੰਨੀਆਂ ਕਿ ਸਰ ਸੁਵਿਧਾਵਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ, ਦੀਵਾਲੀ ਆ ਰਹੀ ਹੈ, ਤੁਹਾਨੂੰ ਲੱਗਦਾ ਨਾ ਕਿ ਇਸ ਦੀਵਾਲੀ ਦੇ ਵਿੱਚ ਅਗਰ ਕੋਈ ਅਨਸਕਾਮੀ ਘਟਨਾ ਵਾਪਰਦੀ ਹੈ ਤੇ ਉਹਦੇ ਵਿੱਚ ਕਾਰਗਰ ਸਿੱਧ ਹੋਏਗਾ? ਹਾਂਜੀ, ਬਿਲਕੁਲ ਹੋਏਗਾ ਜੀ। ਰੱਬ ਨਾ ਕਰੇ ਇਹੋ ਜਿਹੀ ਹੋਵੇ, ਕੋਈ ਦੁਰਘਟਨਾ ਹੋਵੇ ਤੇ ਅਸੀਂ ਬਿਲਕੁਲ ਇਹਨਾਂ ਨੂੰ ਤਾਂ ਹੀ ਕਹਿ ਰਹੇ ਹਾਂ। ਸਾਰੇ ਫਾਇਰ ਵਾਲੇ ਆਏ ਹੋਏ ਨੇ ਇੱਥੋਂ, ਜਿਹੜੇ ਇੰਚਾਰਜ ਨੇ, ਤੇ ਉਹਨਾਂ ਨੂੰ ਇਹ ਕਿਹਾ ਕਿ ਆਪਾਂ ਟ੍ਰੇਨਿੰਗ ਕਰੀਏ ਪ੍ਰੋਪਰ ਇਹਦੀ। ਇਹ ਵੀ ਟ੍ਰੇਨਿੰਗ ਕਰੀਏ, ਜਲੰਧਰੋਂ ਬੰਦੇ ਸੱਦ ਲਈਏ, ਲੁਧਿਆਣੇ ਵੀ ਸੱਦ ਲਈਏ ਤਾਂ ਕਿ ਉਹ ਟ੍ਰੇਨ ਨਾਲ ਹੁੰਦੇ ਰਹਿਣ। ਸੋ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨੂੰ ਲੋਕਾਂ ਨੂੰ ਸੇਫਟੀ ਦੇ ਸਕੀਏ। ਸਰ ਕਿੰਨੀ ਕੁ ਲਾਗਤ ਜਿਹੜੀ ਉਹਦੇ ਚਾਹੀਏ? ਇਹ 8.5 ਕਰੋੜ ਦੀ ਹੈ ਗੱਡੀ। ਦੀਵਾਲੀ ਦੇ ਦਿਨ ਆ ਗਏ, ਤੁਹਾਨੂੰ ਲੱਗਦਾ ਗੱਡੀ ਦਾ ਫਾਇਦਾ ਹੋਏਗਾ? ਬਿਲਕੁਲ ਹੋਏਗਾ ਜੀ। ਤੁਸੀਂ ਦੇਖੋ ਨਾ, ਐਡੀ ਸੋਹਣੀ ਸਭ ਕੁਝ ਚੀਜ਼ ਆ ਗਈ ਹੈ ਕਿ ਪਾਣੀ ਇਹ 'ਚ ਨਹੀਂ ਹੁੰਦਾ। ਪਾਣੀ ਵਾਸਤੇ ਸਾਨੂੰ ਟਰੱਕ ਲੱਗ ਚਾਹੀਦਾ ਹੁੰਦਾ। ਸੋ ਆਹ ਟਰੱਕ ਸਾਈਡ 'ਤੇ ਖੜਾ, ਇਹਦੀ 12,000 ਲੀਟਰ ਦੀ ਕਪੈਸਿਟੀ ਹੈ। ਇਹ ਨਾਲ ਜਾਂਦਾ, ਇਹ 'ਚੋਂ ਪਾਣੀ ਲੈ ਕੇ ਫਿਰ ਸਪਰੇਅ ਕਰਦੀ ਗੱਡੀ ਹੈ। ਆਊਟਸੋਰਸ ਦੇ ਮੁਲਾਜ਼ਮਾਂ ਬਾਰੇ ਕੀ ਕੀਤਾ ਜਾ ਰਿਹਾ, ਜਿਹੜੇ ਕੱਚੇ ਮੁਲਾਜ਼ਮ ਨੇ? ਉਹਨਾਂ ਨੂੰ ਕੁਝ ਨਹੀਂ ਕਰ ਰਹੇ ਬੇਟਾ, ਆਊਟਸੋਰਸ ਦੇ ਮੁਲਾਜ਼ਮ ਅਸੀਂ ਕਿਤੇ ਨਹੀਂ ਭੇਜ ਰਹੇ, ਸਾਡੇ ਨਾਲ ਹੀ ਰਹਿ ਰਹੇ ਨੇ। ਹਾਂਜੀ। ਉੱਥੇ ਦੂਜੇ ਪਾਸੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਤਿਆਰ ਕਰਨ ਵਾਲੇ ਕੰਪਨੀ ਦੇ ਅਧਿਕਾਰੀ ਨੇ ਕੀ ਕਿਹਾ, ਆਓ ਸੁਣਦੇ ਹਾਂ।
से बोलिए। क्या नाम है आपका? हाँ, जैसे पिछली बार किया था भाई। मेरा नाम उबैदुर रहमान है, मैं लिफ्ट मैक उद्योग कंपनी का डायरेक्टर हूँ। अभी जो आप देख रहे हैं ये पीछे हमारे खड़ी हुई है, ये हाइड्रोलिक प्लेटफॉर्म इक्विपमेंट है। आज हम सब लोग यहाँ पे इकट्ठा हुए हैं ये हाइड्रोलिक प्लेटफॉर्म के इनाग्रेशन के लिए, जो अभी हाल फिलहाल में अमृतसर स्मार्ट सिटी को सप्लाई किया गया है। जैसा कि आप सभी लोग जानते हैं कि जैसे आबादी बढ़ रही है और इकोनॉमी बढ़ रही है, वैसे हाई राइज बिल्डिंग की संख्या पूरे पंजाब स्टेट में हर शहरों में बढ़ती जा रही है। हाई राइज बिल्डिंग जैसे बढ़ती है तो उसमें फ़ायर के रिस्क की संभावना भी ज़्यादा बढ़ जाती है, जो कि पंजाब स्टेट में किसी फायर सर्विस के पास में हाई राइज बिल्डिंग में फ़ायर फाइटिंग करने के लिए कोई इक्विपमेंट नहीं है। तो एक बहुत मेजर ज़रूरत थी इस इक्विपमेंट की, जो कि अमृतसर ने शुरुआत किया है ये इक्विपमेंट परचेज़ करके। इस इक्विपमेंट का नाम है हाइड्रोलिक प्लेटफॉर्म फॉर फायर फाइटिंग एंड रेस्क्यू। ये पूरी मेड इन इंडिया इक्विपमेंट है। इक्विपमेंट की हाइट है 52 मीटर की, 52 मीटर्स, जिसका मतलब है कि करीब 16-17 माले की बिल्डिंग में भी फायर फाइटिंग और रेस्क्यू हम कर सकते हैं आसानी से इसी इक्विपमेंट के साथ। इसमें आप देखेंगे एक केज है जिसकी कैपेसिटी 500 केजी की है, जिसका मतलब है कि 6-7 लोगों को किसी भी हादसे से उतार करके नीचे लाया जा सकता है बिल्डिंग से। इसमें कई बार जब बिल्डिंगों में आग लगती है तो ब्लास्ट वगैरह होने के चांसेस होते हैं, तो इस वजह से इसमें एक रिमोट कंट्रोल वाटर मॉनिटर प्रोवाइड किया गया है, जिसको कि 100 मीटर की दूरी से भी ऑपरेट किया जा सकता है, जिससे कि फायर सर्विस पर्सनल को खुद भी बिल्डिंग में ना घुसने की ज़रूरत पड़े फायर फाइटिंग करने के लिए, और दूर से ही फायर फाइटिंग कर सकते हैं। पूरा सिस्टम जो है वो कंप्यूटर से कंट्रोल होता है, उसकी स्टेबिलिटी और ऑपरेशन कंप्यूटर कंट्रोल्ड है। सेफ़ इक्विपमेंट है। इंडिया में कई शहरों में लगभग इंडिया में हर स्टेट के पास ये इक्विपमेंट है, और हमने भी सप्लाई किया हुआ है ये इक्विपमेंट। ये इक्विपमेंट अमृतसर स्मार्ट सिटी ने पिछले साल सप्लाई ऑर्डर दिया था, जो आज इस बार अभी डिलीवर हुआ है। इसकी टोटल लागत करीब 8.5 करोड़ की है, टैक्सेस वगैरह लेकर के, और इसी 8.5 करोड़ में इक्विपमेंट का भी कॉस्ट है, और इसकी वारंटी के बाद 7 साल की टोटल मेंटेनेंस कॉस्ट भी इसमें इंक्लूडेड है। सर दिवाली के दिन आ रहे हैं, लगता है ये गाड़ी आई है और दिवाली के दिनों में इसको दिवाली में हम सभी जानते हैं कि दिवाली एक खुशी का माहौल तो है, रहता है, मगर फायर की संभावनाएं बढ़ जाती हैं पटाखे वगैरह फटने से। और अगर ऐसा कोई दुर्घटना अगर घटित होती है कहीं और हाई राइज बिल्डिंग में ज़रूरत पड़ती है, तो इक्विपमेंट बहुत ही काम वाली साबित होगी, हमें पूरी उम्मीद है, क्योंकि इसमें ऐसे फीचर्स हैं जिससे कि बिल्डिंग में आप आसानी से किसी भी हाइट पे फायर फाइटिंग कर सकते हैं, और लोगों को भी बचा करके नीचे ला सकते हैं अगर कोई फंसा हुआ है फायर फाइटिंग में। तो सर इंडिया में कौन सी स्टेट में ये गाड़ी आपकी लॉन्च हुई है? लिफ्ट मैक कंपनी ने इंडिया में लगभग हर ही स्टेट में ये इक्विपमेंट दिया हुआ है। उत्तर प्रदेश, बिहार, मध्य प्रदेश, छत्तीसगढ़, गुजरात, आसाम, त्रिपुरा, उड़ीसा, लगभग हर ही स्टेट में ये गाड़ी है। फायर सर्विसेज लोग इसको बहुत अच्छी तरीके से यूज़ कर रहे हैं। ऑलरेडी मीडिया में कई बार खबरें भी आ चुकी हैं जो हम आपसे शेयर कर सकते हैं, जहाँ पे ये गाड़ी एक्चुअल फायर फाइटिंग के इमरजेंसी के टाइम में यूज़ हुई है, और कई लोगों को बचाया गया है, इससे उनकी जान बचाई गई है। पंजाब में अब भी लॉन्च हुई है पहले कभी? पंजाब में अमृतसर स्मार्ट सिटी है जो पहली बार जिसने ये इक्विपमेंट इंडक्ट किया हुआ है। हालांकि लुधियाना म्यूनिसिपल कॉरपोरेशन और जलंधर म्यूनिसिपल कॉरपोरेशन भी सिमिलर टाइप के इक्विपमेंट लेना चाह रहे हैं, और हम लोग उनसे टच में हैं। उम्मीद है कि वो लोग भी इस टाइप की इक्विपमेंट जल्दी से जल्दी अपने शहरों में लाएंगे, बिकॉज़ आग जैसी जो घटना होती है वो बता के नहीं आती है, तो इस वजह से कॉरपोरेशंस को, फायर सर्विसेज को हमेशा पहले से ही तैयारी करके रखनी चाहिए। डिले करने के बजाय जल्द से जल्द ये इक्विपमेंट, हमारी राय है कि प्रोक्योर करके हर शहर में देना चाहिए। शहर वासियों को क्या मैसेज देना चाहेंगे, फायर से कैसे बचा जा सकता है जो फायर हो जाए? पहली बात तो ये है कि फायर का सबसे जो मेन रीज़न होता है वो लापरवाही होता है। हम जितना सीरियसली इसके डेंजर्स को समझेंगे, उतनी ही ज़्यादा हम केयरफुल रह सकेंगे। घरों में कोई ज्वलनशील पदार्थ ना रखें। जो बिल्डिंगें 4-5 माले से ज़्यादा की हैं, जिनमें कि फायर टेंडर से फाइटिंग नहीं हो सकता, और इस टाइप के हाइड्रोलिक प्लेटफॉर्म की इक्विपमेंट की ज़रूरत पड़ेगी, जिस शहर में नहीं है इक्विपमेंट, तो वहाँ पे अपनी बिल्डिंगों में फायर स्प्रिंकलर्स वगैरह का इंतज़ाम करें, और फायर रेजिस्टेंट मटेरियल का यूज़ करा जाए बिल्डिंग के लिए। सरकार ने ऑलरेडी नेशनल बिल्डिंग कोड बनाया हुआ है, उसको इम्प्लीमेंट करना चाहिए स्टेट मशीनरी को, ताकि बिल्डिंगों में फायर की संभावनाएं कम से कम हो पाएँ। ठीक है। ਇੱਥੇ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਅੰਮ੍ਰਿਤਸਰ ਦੀ ਲੰਮੇ ਚਿਰ ਤੋਂ ਮੰਗ ਸੀ ਕਿ ਇਸ ਤਰ੍ਹਾਂ ਦੇ ਫਾਇਰ ਟੈਂਡਰ ਪੰਜਾਬ 'ਚ ਲਾਗੂ ਕੀਤੇ ਜਾਣ ਅਤੇ ਬੀਤੇ ਸਾਲ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਫਾਇਰ ਟੈਂਡਰ ਮੰਗਵਾਏ ਗਏ ਸਨ ਅਤੇ ਉਹਨਾਂ ਵੱਲੋਂ ਹੀ ਇਹ ਗੱਡੀਆਂ ਵੀ ਮੰਗਵਾਉਣ ਲਈ ਪੰਜਾਬ ਸਰਕਾਰ ਨੂੰ ਲਿਖਤੀ ਪੱਤਰ ਭੇਜੇ ਗਏ ਸੀ। ਉੱਥੇ ਇਸ ਫਾਇਰ ਟੈਂਡਰ ਦੇ 8 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ, ਜਿਸ 'ਚ ਬਹੁਤ ਸਾਰੇ ਅਤੇ ਆਧੁਨਿਕ ਉਪਕਰਨ ਲਗਾਏ ਗਏ ਨੇ। ਕਿਸੇ ਦੀ ਕੀਮਤੀ ਜਾਨ ਨੂੰ ਖਤਰਾ ਨਾ ਹੋ ਸਕੇ ਅਤੇ ਜ਼ਰੂਰਤ ਪੈਣ ਤੇ ਇਸ ਦੀ ਵਰਤੋਂ ਦੇ ਨਾਲ ਜਲਦ ਤੋਂ ਜਲਦ ਅੱਗ ਤੇ ਕਾਬੂ ਪਾਇਆ ਜਾ ਸਕੇ। ਏਵਨ ਮੀਡੀਆ ਲਈ ਅੰਮ੍ਰਿਤਸਰ ਤੋਂ ਕ੍ਰਿਸ਼ਨ ਕੁਮਾਰ ਦੀ ਖਾਸ ਰਿਪੋਰਟ।